ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਫੀਮ ਦੇ ਇਤਿਹਾਸ ਦੀ। ਵੈਸੇ ਅਫੀਮ ਨੂੰ ਇੱਕ ਨਸ਼ੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਪਰ ਅਫੀਮ ਤੋਂ ਕਈ ਕਿਸਮ ਦੀਆਂ ਦਵਾਈਆਂ ਵੀ ਬਣਦੀਆਂ ਨੇ। ਅੱਜ ਤੋਂ ਤਕਰੀਬਨ 10,000 ਸਾਲ ਪਹਿਲਾਂ ਜਦੋਂ ਇਨਸਾਨ ਨੇ ਖੇਤੀਬਾੜੀ ਸਿੱਖੀ ਸੀ, ਉਸੇ ਟਾਈਮ ਇਨਸਾਨ ਨੇ ਅਫੀਮ ਦੀ ਖੇਤੀ ਕਰਨੀ ਵੀ ਸਿੱਖ ਲਈ ਸੀ। ਸਵਿਟਜ਼ਰਲੈਂਡ, ਸਪੇਨ, ਜਰਮਨੀ ਆਦਿ ਦੇਸ਼ਾਂ ਵਿੱਚ ਅਫੀਮ ਦੇ 10,000 ਸਾਲ ਪਹਿਲਾਂ ਦੇ ਅਵਸ਼ੇਸ਼ ਪਾਏ ਗਏ ਹਨ। ਅਫੀਮ ਦਾ ਜ਼ਿਕਰ ਲਗਭਗ ਸਾਰੀਆਂ ਸੱਭਿਅਤਾਵਾਂ ਵਿੱਚ ਮਿਲਦਾ ਹੈ। ਮੈਸੋਪੋਟਾਮੀਆ ਵਿੱਚ ਇਸ ਨੂੰ ਹੁੱਲ ਗਿਲ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਖੁਸ਼ੀ ਦੇਣ ਵਾਲਾ ਪੌਦਾ। ਗ੍ਰੀਕ ਦੇ ਫਾਦਰ ਆਫ ਮੈਡੀਸਨ ਕਹੇ ਜਾਣ ਵਾਲੇ ਵੈਦ ਹਿਪੋਕਰੇਟਸ ਨੇ ਵੀ ਅਫੀਮ ਦਾ ਜ਼ਿਕਰ ਇੱਕ ਬਹੁਤ ਵਧੀਆ ਦਵਾਈ ਦੇ ਰੂਪ ਵਿੱਚ ਕੀਤਾ ਹੈ। ਭਾਰਤ ਵਿੱਚ ਇਸ ਦਾ ਪ੍ਰਯੋਗ ਦਵਾਈ ਦੇ ਰੂਪ ਵਿੱਚ ਹੁੰਦਾ ਰਿਹਾ ਹੈ ਜਾਂ ਕਰਮਕਾਂਡਾਂ ਵਿੱਚ ਇਸ ਦਾ ਪ੍ਰਯੋਗ ਹੁੰਦਾ ਸੀ, ਪਰ ਮੁਗਲਾਂ ਦੇ ਜ਼ਮਾਨੇ ਵਿੱਚ ਅਫੀਮ ਦੀ ਖੇਤੀ ਨੂੰ ਖੂਬ ਬੜਾਵਾ ਮਿਲਿਆ। ਇਹ ਬੜਾਵਾ ਮਿਲਣਾ ਵੀ ਲਾਜ਼ਮੀ ਹੀ ਸੀ, ਕਿਉਂਕਿ ਮੁਗਲ ਬਾਦਸ਼ਾਹ ਖੁਦ ਅਫੀਮ ਖਾਣ ਦੇ ਸ਼ੌਕੀਨ ਸਨ। ਫਿਰ ਚਾਹੇ ਉਹ ਬਾਬਰ ਹੋਵੇ, ਹਮਾਯੂ ਹੋਵੇ, ਅਕਬਰ ਜਾਂ ਫਿਰ ਜਹਾਂਗੀਰ। ਅਕਬਰ ਦਾ ਧਾਰਮਿਕ ਵਹਿਸਾਂ ਤੋਂ ਦੂਰ ਹੋ ਕੇ ਅਫੀਮ ਦੇ ਨਸ਼ੇ ਵਿੱਚ ਖੋ ਜਾਣਾ ਜ਼ਿਆਦਾ ਪਸੰਦ ਕਰਦਾ ਸੀ। ਹਮਾਯੂ ਦਾ ਦਿਮਾਗ ਤਾਂ ਅਫੀਮ ਖਾ ਖਾ ਕੇ ਬਿਲਕੁਲ ਡਲ ਹੋ ਗਿਆ ਸੀ। ਜਹਾਂਗੀਰ ਅਫੀਮ ਅਤੇ ਸ਼ਰਾਬ ਦੇ ਨਸ਼ੇ ਵਿੱਚ ਸੱਤਾ ਚਲਾਉਣਾ ਹੀ ਭੁੱਲ ਗਿਆ ਸੀ। ਉਸਨੇ ਸਾਰੀ ਰਾਜ ਸੱਤਾ ਆਪਣੀ ਘਰਵਾਲੀ ਨੂਰ ਜਹਾਂ ਨੂੰ ਸੌਂਪ ਦਿੱਤੀ ਸੀ। ਉਹ ਹਰ ਰੋਜ਼ 3 ਦਫਾ ਅਫੀਮ ਖਾਂਦਾ ਸੀ। ਮੁਗਲਾਂ ਦੇ ਦੌਰ ਵਿੱਚ ਅਫੀਮ ਦੀ ਖੇਤੀ 'ਤੇ ਬਾਦਸ਼ਾਹ ਦਾ ਅਧਿਕਾਰ ਹੁੰਦਾ ਸੀ, ਜਾਣੀ ਕਿ ਕਦੋਂ ਕੋਈ ਕਿੰਨੀ ਅਫੀਮ ਦੀ ਖੇਤੀ ਕਰੇਗਾ, ਇਹ ਨਿਯਮ ਰਾਜ ਦਰਬਾਰ ਤੈਅ ਕਰਦਾ ਸੀ। ਜਾਣੀ ਕਿ ਜਦ ਵੀ ਕੰਟਰੋਲ ਸ਼ਾਸਨ ਦਾ ਸੀ ਅਤੇ ਅੱਜ ਵੀ। ਉਤਪਾਦਨ ਤੋਂ ਇਲਾਵਾ ਡਿਸਟਰੀਬਿਊਸ਼ਨ ਦਾ ਕੰਮ ਵੀ ਸੱਤਾ ਦੇ ਹੱਥ ਵਿੱਚ ਹੀ ਹੁੰਦਾ ਸੀ। ਅਫੀਮ ਮੁਗਲਾਂ ਦੀ ਕਮਾਈ ਦਾ ਇੱਕ ਵੱਡਾ ਜ਼ਰੀਆ ਹੁੰਦੀ ਸੀ। ਜਿਵੇਂ ਜਿਵੇਂ ਮੁਗਲਾਂ ਦੀ ਤਾਕਤ ਘਟਦੀ ਗਈ, ਅਫੀਮ 'ਤੇ ਉਹਨਾਂ ਦਾ ਦਬਦਬਾ ਵੀ ਘਟਦਾ ਗਿਆ। 17ਵੀਂ ਸਦੀ ਦੇ ਅੰਤ ਤੱਕ ਆਉਂਦੇ ਆਉਂਦੇ ਅਫੀਮ ਦੇ ਕਾਰੋਬਾਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਅਫੀਮ ਦਾ ਅਸਲੀ ਖੇਲ। ਅਫੀਮ ਤੋਂ ਮੁਨਾਫੇ ਦੀ ਗੁੰਜਾਇਸ਼ ਦੇਖਦੇ ਹੋਏ ਬ੍ਰਿਟਿਸ਼ ਇੰਡੀਆ ਕੰਪਨੀ ਨੇ ਅਫੀਮ ਦੀ ਮੋਨੋਪਲੀ ਬਣਾ ਲਈ। ਅਫੀਮ ਦੀ ਖੇਤੀ ਲਈ ਉਹ ਕਿਸਾਨਾਂ ਨੂੰ ਲਾਲਚ ਦੇਣ ਲੱਗੇ। ਵੱਡੇ ਵੱਡੇ ਜ਼ਿਮੀਂਦਾਰਾਂ ਨੇ ਵੀ ਅਫੀਮ ਦਾ ਕਾਰੋਬਾਰ ਵਧਾਉਣ ਵਿੱਚ ਅੰਗਰੇਜ਼ਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। 1770 ਆਉਂਦੇ ਆਉਂਦੇ ਅਫੀਮ ਦਾ ਧੰਦਾ ਇੰਨਾ ਵਧੀਆ ਫੁੱਲਿਆ ਕਿ 1770 ਤੱਕ ਅਫੀਮ ਦਾ ਕਾਰੋਬਾਰ ਵੱਧ ਕੇ ਦੁੱਗਣਾ ਹੋ ਗਿਆ। ਸ਼ੁਰੂਆਤ ਵਿੱਚ ਕਿਸਾਨਾਂ ਨੂੰ ਇਹ ਧੰਦਾ ਫਾਇਦੇ ਦਾ ਲੱਗਿਆ, ਕਿਉਂਕਿ ਇਹ ਇੱਕ ਕੈਸ਼ ਕ੍ਰੌਪ ਸੀ, ਪਰ ਜਲਦੀ ਹੀ ਇਸ ਦੇ ਨੁਕਸਾਨ ਵੀ ਸਾਹਮਣੇ ਆਉਣ ਲੱਗੇ। ਅਫੀਮ ਦੀ ਖੇਤੀ ਜ਼ਮੀਨ ਨੂੰ ਬੰਜਰ ਕਰ ਦਿੰਦੀ ਹੈ। ਅਫੀਮ ਦੀ ਖੇਤੀ ਭਾਰੀ ਫਸਲ ਹੁੰਦੀ ਹੈ, ਲਿਹਾਜ਼ਾ ਸਾਲ 1770 ਵਿੱਚ ਬੰਗਾਲ ਵਿੱਚ ਇੱਕ ਭਿਆਨਕ ਅਕਾਲ ਪਿਆ, ਜਿਸ ਵਿੱਚ ਲਗਭਗ 1 ਕਰੋੜ ਲੋਕ ਮਾਰੇ ਗਏ ਸਨ। ਇਹ ਸਿਰਫ ਬੰਗਾਲ ਦਾ ਨੰਬਰ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਸੀ। ਅੱਧੇ ਤੋਂ ਜ਼ਿਆਦਾ ਕਿਸਾਨ ਕਰਜ਼ੇ ਵਿੱਚ ਡੁੱਬ ਗਏ ਸਨ, ਕਿਉਂਕਿ ਅਫੀਮ ਵਿੱਚ ਹੋਣ ਵਾਲਾ ਖਰਚਾ ਉਹਨਾਂ ਨੂੰ ਮਿਲਣ ਵਾਲੀ ਕੀਮਤ ਨਾਲੋਂ ਕਿਤੇ ਜ਼ਿਆਦਾ ਸੀ। ਇਹਨਾਂ ਸਭ ਤੋਂ ਬੇਖਬਰ ਈਸਟ ਇੰਡੀਆ ਕੰਪਨੀ ਅਫੀਮ ਤੋਂ ਹੋਏ ਮੁਨਾਫੇ ਦੇ ਦਮ 'ਤੇ ਲਗਾਤਾਰ ਆਪਣਾ ਸਾਮਰਾਜ ਵਿਸਤਾਰ ਕਰਦੀ ਰਹੀ। ਈਸਟ ਇੰਡੀਆ ਕੰਪਨੀ ਨੇ ਸਾਲ 1775 ਵਿੱਚ ਬੰਗਾਲ ਵਿੱਚ ਪਹਿਲੀ ਵਾਰ ਅਫੀਮ ਦੀ ਏਜੰਸੀ ਦੀ ਸਥਾਪਨਾ ਕੀਤੀ। ਅੰਗਰੇਜ਼ ਇੱਥੋਂ ਹੀ ਅਫੀਮ ਦਾ ਵਪਾਰ ਕਰਦੇ ਸਨ। ਅਫੀਮ ਦੇ ਕਾਰੋਬਾਰ ਤੋਂ ਅੰਗਰੇਜ਼ਾਂ ਨੂੰ ਬਹੁਤ ਮੁਨਾਫਾ ਹੋਇਆ, ਪਰ ਜਦੋਂ ਭਾਰਤ ਦਾ ਮਾਰਕੀਟ ਸੈਚੂਰੇਟ ਹੋ ਗਿਆ, ਜਾਣੀ ਕਿ ਜਿੰਨੇ ਲੋਕ ਅਫੀਮ ਦੇ ਆਦੀ ਹੋ ਸਕਦੇ ਸੀ ਹੋ ਗਏ, ਉਹਨਾਂ ਨੇ ਵਿਦੇਸ਼ਾਂ ਵਿੱਚ ਅਫੀਮ ਨੂੰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਨੇ ਚੀਨ ਤੋਂ ਕੀਤੀ। ਕਹਿਣ ਨੂੰ ਅਫੀਮ ਬਹੁਤ ਮੁਨਾਫੇ ਦਾ ਧੰਦਾ ਸੀ, ਪਰ ਅੰਗਰੇਜ਼ਾਂ ਨੇ ਇਸ ਦੇ ਵਿੱਚ ਵੀ ਬਹੁਤ ਨੀਚਤਾ ਦਿਖਾਈ। ਹੋਇਆ ਇਹ ਕਿ ਅੰਗਰੇਜ਼ ਸਨ ਚਾਹ ਦੇ ਦੀਵਾਨੇ। ਦਿੱਕਤ ਇਹ ਸੀ ਕਿ ਚਾਹ ਸਿਰਫ ਚੀਨ ਵਿੱਚ ਪੈਦਾ ਹੁੰਦੀ ਸੀ, ਪਰ ਉਹ ਇਸ ਦਾ ਫਾਰਮੂਲਾ ਅੰਗਰੇਜ਼ਾਂ ਨੂੰ ਕਦੇ ਦਿੰਦੇ ਨਹੀਂ ਸੀ। ਚੀਨ ਤੋਂ ਚਾਹ ਮੰਗਵਾਉਣ ਦੇ ਬਦਲੇ ਅੰਗਰੇਜ਼ਾਂ ਨੂੰ ਵੀ ਚੀਨ ਨੂੰ ਕੁਝ ਦੇਣਾ ਪੈਂਦਾ ਸੀ। ਉਹ ਜ਼ਿਆਦਾਤਰ ਇਸ ਦੇ ਬਦਲੇ ਕਪਾਹ ਚੀਨ ਨੂੰ ਵੇਚਦੇ ਸਨ, ਪਰ ਚੀਨ ਦੀ ਕਪਾਹ ਵਿੱਚ ਕੋਈ ਦਿਲਚਸਪੀ ਨਹੀਂ ਸੀ, ਕਿਉਂਕਿ ਕਪਾਹ ਚੀਨ ਵਿੱਚ ਵੀ ਵੱਡੇ ਪੱਧਰ 'ਤੇ ਉਗਾਈ ਜਾਂਦੀ ਸੀ। ਉਹਨਾਂ ਨੂੰ ਚਾਹੀਦੀ ਸੀ ਚਾਂਦੀ, ਜਿਸ ਦੀ ਗੋਰਿਆਂ ਕੋਲ ਕੋਈ ਕਮੀ ਨਹੀਂ ਸੀ। ਚੀਨੀ ਚਾਹ ਵੇਚਣ ਦੇ ਬਦਲੇ ਹਮੇਸ਼ਾ ਹੀ ਚਾਂਦੀ ਮੰਗਣ ਲੱਗੇ। ਗੋਰੇ ਵੀ ਚੀਨੀਆਂ ਦੇ ਇਸ ਲਾਲਚੀ ਰਵੱਈਏ ਤੋਂ ਕਾਫੀ ਤੰਗ ਆ ਗਏ ਸਨ।
ਇੰਗਲੈਂਡ ਦੇ ਅਮੀਰ ਪਰਿਵਾਰਾਂ ਵਿੱਚ ਜਦੋਂ ਚਾਹ ਦੀ ਮੰਗ ਵਧੀ ਤਾਂ ਉਹ ਇਸ ਮੰਗ ਨੂੰ ਪੂਰਾ ਕਰਨ ਲਈ ਇੰਗਲੈਂਡ ਦੇ ਰਾਜੇ ਕੋਲ ਆਪਣੀ ਫਰਿਆਦ ਲੈ ਕੇ ਆਏ। ਇੰਗਲੈਂਡ ਦੇ ਰਾਜੇ ਨੇ ਬ੍ਰਿਟਿਸ਼ ਇੰਡੀਆ ਕੰਪਨੀ ਨੂੰ ਕੋਈ ਰਾਸਤਾ ਲੱਭਣ ਲਈ ਕਿਹਾ। ਬ੍ਰਿਟਿਸ਼ ਇੰਡੀਆ ਕੰਪਨੀ ਨੇ ਨਸ਼ੇ ਦੀ ਕਾਠ ਨਸ਼ੇ ਨਾਲ ਕੱਢੀ। ਉਹਨਾਂ ਨੇ ਭਾਰਤ ਵਿੱਚ ਅਫੀਮ ਖਰੀਦਣੀ ਸ਼ੁਰੂ ਕਰ ਦਿੱਤੀ ਅਤੇ ਚੀਨ ਵਿੱਚ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। ਅਤੇ ਇਹ ਕੰਮ ਉਹ ਇਲੀਗਲੀ ਕਰਦੇ ਸਨ ਕਿਉਂਕਿ ਚੀਨ ਵਿੱਚ ਅਫੀਮ ਵੇਚਣੀ ਇਲੀਗਲ ਸੀ। ਚੀਨ ਨੂੰ ਅਫੀਮ ਵੇਚਣ ਬਦਲੇ ਗੋਰੇ ਚੀਨ ਤੋਂ ਚਾਂਦੀ ਲੈਂਦੇ ਅਤੇ ਫਿਰ ਇਹ ਚਾਂਦੀ ਗੋਰੇ ਚੀਨ ਤੋਂ ਚਾਹ ਖਰੀਦਣ ਲਈ ਚੀਨ ਨੂੰ ਹੀ ਵਾਪਸ ਦੇ ਦਿੰਦੇ। ਇਹ ਤਕਰੀਬਨ 100 ਸਾਲ ਇਸੇ ਤਰ੍ਹਾਂ ਚੱਲਦਾ ਰਿਹਾ। ਚੀਨ ਦਾ ਰਾਜਾ ਗੋਰਿਆਂ ਦੀਆਂ ਇਹਨਾਂ ਗੰਦੀਆਂ ਚਾਲਾਂ ਤੋਂ ਦੁਖੀ ਆ ਗਿਆ ਸੀ ਕਿਉਂਕਿ ਲੋਕ ਅਫੀਮ 'ਚ ਹੀ ਹੋ ਚੁੱਕੇ ਸਨ ਅਤੇ ਕੋਈ ਕੰਮ ਨਹੀਂ ਕਰਦੇ ਸਨ ਅਤੇ ਚਾਹ ਦੇ ਬਦਲੇ ਜੋ ਚਾਂਦੀ ਆ ਰਹੀ ਸੀ ਉਹ ਵੀ ਅਫੀਮ ਦੇ ਬਦਲੇ ਵਾਪਸ ਜਾ ਰਹੀ ਸੀ। ਮਤਲਬ ਚੀਨ ਨੂੰ ਹਰ ਪਾਸੇ ਘਾਟਾ ਹੀ ਘਾਟਾ ਪੈ ਰਿਹਾ ਸੀ। ਚੀਨ ਨੇ ਇਸ ਦਾ ਜਵਾਬ ਦਿੰਦੇ ਹੋਏ ਸੰਨ 1839 ਵਿੱਚ ਅਫੀਮ ਦੇ 20,000 ਬਕਸੇ ਸਮੁੰਦਰ ਵਿੱਚ ਡੁਬਾ ਦਿੱਤੇ ਅਤੇ ਇੰਗਲੈਂਡ ਨਾਲ ਚਾਹ ਦਾ ਵਪਾਰ ਬੰਦ ਕਰ ਦਿੱਤਾ। ਬਦਲੇ ਵਿੱਚ ਇੰਗਲੈਂਡ ਨੇ ਚੀਨ ਨਾਲ ਯੁੱਧ ਦੀ ਘੋਸ਼ਣਾ ਕਰ ਦਿੱਤੀ। 1839 ਅਤੇ 1852 ਵਿੱਚ ਇੰਗਲੈਂਡ ਅਤੇ ਚੀਨ ਵਿੱਚ 2 ਯੁੱਧ ਹੋਏ ਜਿਨ੍ਹਾਂ ਨੂੰ ਅਫੀਮ ਯੁੱਧ ਕਿਹਾ ਜਾਂਦਾ ਹੈ। ਇਹਨਾਂ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਉਸਨੂੰ ਭਾਰੀ ਜੁਰਮਾਨਾ ਭਰਨਾ ਪਿਆ ਅਤੇ ਇਹੀ ਇੱਕ ਕਾਰਨ ਸੀ ਕਿ ਹਾਂਗਕਾਂਗ ਦਾ ਪ੍ਰਸ਼ਾਸਨ ਗੋਰਿਆਂ ਦੇ ਹੱਥਾਂ ਵਿੱਚ ਚਲਾ ਗਿਆ। ਜਿਸ ਅਫੀਮ ਦੇ ਚੱਲਦੇ ਹੋਏ ਇਹ ਸਭ ਕੁਝ ਹੋਇਆ ਉਹ ਅੱਗੇ ਚੱਲ ਕੇ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਕਾਰਨ ਬਣੀ। ਅਫੀਮ ਦੀ ਆਦਤ ਕਾਰਨ ਕਈ ਘਰ ਬਰਬਾਦ ਹੋਏ, ਬਹੁਤ ਸਾਰੇ ਲੋਕ ਮਰੇ, ਬਹੁਤ ਕੁਛ ਹੋਇਆ। ਪਰ ਅਫੀਮ ਦੀ ਪੂਰੀ ਕਹਾਣੀ ਜਾਣਨ ਲਈ ਸਾਨੂੰ ਇਸ ਦੇ ਇੱਕ ਹੋਰ ਪੱਖ ਬਾਰੇ ਵੀ ਜਾਣਨਾ ਹੋਏਗਾ। ਉਹ ਪੱਖ ਹੈ ਇਸ ਦਾ ਮੈਡੀਕਲ ਵਾਲਾ ਐਂਗਲ। ਅਫੀਮ ਤੋਂ ਇੱਕ ਦਵਾਈ ਬਣਦੀ ਹੈ ਜਿਸ ਨੂੰ ਮੋਰਫਿਨ ਕਿਹਾ ਜਾਂਦਾ ਹੈ, ਜਿਸ ਨੂੰ ਇੱਕ ਹੋਰ ਨਾਮ ਗੋਡਸ ਔਨ ਮੈਡੀਸਨ ਨਾਲ ਵੀ ਜਾਣਿਆ ਜਾਂਦਾ ਹੈ। ਮੋਰਫਿਨ ਦੁਨੀਆ ਦੀ ਸਭ ਤੋਂ ਵਧੀਆ ਪੇਨ ਕਿਲਰ ਹੈ ਜੋ ਸਿੱਧੀ ਸੈਂਟਰਲ ਨਰਵਸ ਸਿਸਟਮ 'ਤੇ ਕੰਮ ਕਰਦੀ ਹੈ। ਮੋਰਫਿਨ ਅਫੀਮ ਨੂੰ ਹੀ ਪ੍ਰੋਸੈਸ ਕਰਕੇ ਬਣਾਈ ਜਾਂਦੀ ਹੈ। ਮੋਰਫਿਨ ਦੀ ਖੋਜ ਸੰਨ 1803 ਵਿੱਚ ਹੋਈ ਸੀ। ਫਰੈਡਰਿਕ ਵਿਲੀਅਮ ਨਾਮ ਦੇ ਜਰਮਨ ਵਿਗਿਆਨਿਕ ਨੇ ਸੰਨ 1803 ਵਿੱਚ ਇਸ ਦੀ ਖੋਜ ਕੀਤੀ ਸੀ ਅਤੇ ਸੰਨ 1843 ਵਿੱਚ ਮੋਰਫਿਨ ਨੂੰ ਇੰਜੈਕਸ਼ਨ ਦੁਆਰਾ ਲੈਣ ਦਾ ਤਰੀਕਾ ਵੀ ਲੱਭਿਆ ਸੀ। ਇੰਜੈਕਸ਼ਨ ਰਾਹੀਂ ਮੋਰਫਿਨ ਲੈਣ ਨਾਲ ਇਸ ਦੀ ਸਮਰੱਥਾ 3 ਗੁਣਾ ਵੱਧ ਜਾਂਦੀ ਹੈ। ਸਾਲ 1874 ਵਿੱਚ C.R. ਐਲਡਰ ਰਾਈਟ ਨਾਮ ਦੇ ਵਿਗਿਆਨਿਕ ਨੇ ਮੋਰਫਿਨ ਤੋਂ ਹੈਰੋਇਨ ਤਿਆਰ ਕਰਨ ਦਾ ਤਰੀਕਾ ਲੱਭ ਲਿਆ ਸੀ ਅਤੇ ਹੈਰੋਇਨ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਖਤਰਨਾਕ ਨਸ਼ਾ ਮੰਨਿਆ ਜਾਂਦਾ ਹੈ। ਪੂਰਬ ਤੋਂ ਲੈ ਕੇ ਪੱਛਮ ਤੱਕ ਕੁਝ ਹੀ ਦਸ਼ਕਾਂ ਵਿੱਚ ਹੈਰੋਇਨ ਦਾ ਸੰਕਟ ਇੰਨਾ ਵੱਧ ਗਿਆ ਸੀ ਕਿ ਸਾਲ 1909 ਵਿੱਚ ਅਮਰੀਕਾ ਨੇ ਅਫੀਮ 'ਤੇ ਬੈਨ ਲਗਾ ਦਿੱਤਾ ਸੀ ਅਤੇ ਸਾਲ 1910 ਵਿੱਚ ਇੰਗਲੈਂਡ ਨੇ ਵੀ ਅਫੀਮ 'ਤੇ ਬੈਨ ਲਗਾ ਦਿੱਤਾ ਸੀ। ਜੇ ਆਧੁਨਿਕ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸੰਨ 1853 ਵਿੱਚ ਸੰਯੁਕਤ ਰਾਸ਼ਟਰ ਅਫੀਮ ਸੰਮੇਲਨ ਹੋਇਆ ਸੀ ਜਿਸ ਵਿੱਚ ਦੁਨੀਆ ਭਰ ਵਿੱਚ ਅਫੀਮ ਦੀ ਰੋਕਥਾਮ ਅਤੇ ਟ੍ਰੇਡ ਲਈ ਨਿਯਮ ਬਣਾਏ ਗਏ ਸਨ ਅਤੇ ਸੰਨ 1861 ਵਿੱਚ ਭਾਰਤ ਨੂੰ ਦੁਨੀਆ ਦੇ ਉਹਨਾਂ 11 ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਜੋ ਕਾਨੂੰਨੀ ਤੌਰ 'ਤੇ ਅਫੀਮ ਦੀ ਖੇਤੀ ਕਰ ਸਕਦੇ ਸਨ। ਅਫੀਮ ਦੀ ਖੇਤੀ ਲਈ ਅਲੱਗ ਤੋਂ ਸਰਕਾਰ ਤੋਂ ਲਾਇਸੈਂਸ ਹਾਸਲ ਕਰਨਾ ਪੈਂਦਾ ਹੈ ਅਤੇ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿੰਨੀ ਅਫੀਮ ਬੀਜੀ ਜਾ ਸਕਦੀ ਹੈ। ਇਹ ਸਭ ਕੁਝ ਸਰਕਾਰ ਹੀ ਤੈਅ ਕਰਦੀ ਹੈ। ਦੇਸ਼ ਵਿੱਚ ਰਾਜਸਥਾਨ ਦੇ ਝਾਲਾਵਾੜ, ਕੋਟਾ, ਉਦੈਪੁਰ, ਚਿਤੌੜਗੜ੍ਹ, ਪ੍ਰਤਾਪਗੜ੍ਹ, ਯੂਪੀ ਦੇ ਬਾਰਾਬੰਕੀ ਅਤੇ ਮੱਧ ਪ੍ਰਦੇਸ਼ ਵਿੱਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ। ਬਾਕੀ ਦੁਨੀਆ ਵਿੱਚ 2 ਮੇਨ ਇਲਾਕੇ ਹਨ ਜਿੱਥੇ ਭਾਰੀ ਮਾਤਰਾ ਵਿੱਚ ਅਫੀਮ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਹੈ ਗੋਲਡਨ ਟਰਾਈਐਂਗਲ ਅਤੇ ਦੂਜਾ ਹੈ ਗੋਲਡਨ ਕ੍ਰੈਸੈਂਟ। ਥਾਈਲੈਂਡ, ਬਰਮਾ, ਵੀਅਤਨਾਮ ਅਤੇ ਲਾਓਸ ਦੇ ਇਲਾਕੇ ਨੂੰ ਗੋਲਡਨ ਟਰਾਈਐਂਗਲ ਕਿਹਾ ਜਾਂਦਾ ਹੈ ਅਤੇ ਗੋਲਡਨ ਕ੍ਰੈਸੈਂਟ ਉਸ ਇਲਾਕੇ ਨੂੰ ਕਹਿੰਦੇ ਹਨ ਜਿਸ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਦਾ ਇਲਾਕਾ ਆਉਂਦਾ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਫੀਮ ਬਰਮਾ ਵਿੱਚ ਪੈਦਾ ਹੁੰਦੀ ਹੈ ਅਤੇ ਦੂਜੇ ਨੰਬਰ 'ਤੇ ਅਫਗਾਨਿਸਤਾਨ ਦਾ ਨੰਬਰ ਆਉਂਦਾ ਹੈ। ਹਾਲਾਂਕਿ ਇਹਨਾਂ ਦੇਸ਼ਾਂ ਵਿੱਚ ਅਫੀਮ ਦੀ ਇਲੀਗਲ ਖੇਤੀ ਬਹੁਤ ਵੱਡੀ ਸਮੱਸਿਆ ਹੈ ਅਤੇ ਦੁਨੀਆ ਭਰ ਦੇ ਦੇਸ਼ ਇਸ ਸੰਕਟ ਨਾਲ ਜੂਝ ਰਹੇ ਹਨ। ਅਫੀਮ ਦਾ ਬਿਜ਼ਨਸ, ਸੈਕਸ ਟਰੈਫਿਕਿੰਗ,
ਜਿਹੇ ਅਪਰਾਧਾਂ ਨਾਲ ਜੁੜਿਆ ਹੋਇਆ ਹੈ। ਇਸ ਦਾ ਸੰਬੰਧ ਨੈਰਕੋ ਟੈਰਰਿਜ਼ਮ ਨਾਲ ਵੀ ਹੈ ਅਤੇ ਆਤੰਕਵਾਦ ਦੀ ਜ਼ਿਆਦਾਤਰ ਫੰਡਿੰਗ ਵੀ ਅਫੀਮ ਦੇ ਵਪਾਰ ਤੋਂ ਹੀ ਹੁੰਦੀ ਹੈ। ਇਸ ਦੇ ਬਾਵਜੂਦ ਨਸ਼ੇ ਦੇ ਤੌਰ 'ਤੇ ਅਫੀਮ ਦਾ ਇਸਤੇਮਾਲ ਵਧਿਆ ਹੀ ਹੈ, ਹੈਰੋਇਨ ਦੇ ਤੌਰ 'ਤੇ ਵੀ ਅਤੇ ਮੋਰਫਿਨ ਦੇ ਤੌਰ 'ਤੇ ਵੀ।